ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ 'ਤੇ ਅਰਥ ਕਰਾਂਗੇ। ਅੱਜ 72ਵੇਂ ਸ਼ਬਦ ਦੀ ਵਾਰੀ ਹੈ ਜੀ। ਗੌੜੀ ਗਵਾਰਰੀ ਮਹੱਲਾ ਪੰਜਵਾਂ। ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਕੱਜ ਬਨ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ। ਮਿਲ ਜਗਦੀਸ਼ ਮਿਲਨ ਕੀ ਬਰੀਆ, ਤ੍ਰਿੰਕਾਰ ਇਹ ਦੇ ਸਜਰੀਆ ਰਹਾਓ। ਕਈ ਜਨਮ ਸੈਲ ਕਿਰ ਕਰਿਆ, ਕਈ ਜਨਮ ਗਰਭ ਹਿਰ ਖਰਿਆ, ਕਈ ਜਨਮ ਸਾਖ ਕਰ ਉਪਾਇਆ, 184 ਜੋਨ ਪਰਮਾਇਆ। ਸਾਧ ਸੰਗ ਭਇਓ ਜਨਮ ਪ੍ਰਾਪਤ, ਕਰ ਸੇਵਾ ਭਜ ਹਰ ਹਰ ਗੁਰਮਤਿ। ਤਿਆਗ ਮਾਨ ਝੂਠ ਅਭਿਮਾਨ, ਜੀਵਤ ਮਰੇ ਦਰਗੇ ਪਰਵਾਨ। ਜੋ ਕੁਛ ਹੋਆ ਸੋ ਤੁਝ ਤੇ ਹੋਗ, ਔਰ ਨਾ ਦੂਜਾ ਕਰਨੇ ਜੋਗ। ਤਾਂ ਮਿਲੀਏ ਤਾਂ ਲੈ ਮਿਲਾਏ, ਕਉ ਨਾਨਕ ਹਰ ਹਰ ਗੁਣ ਗਾਏ। ਜੋ ਕੁਛ ਹੋਆ ਸੋ ਤੁਝ ਤੇ ਹੋਗ, ਅਵਰ ਨਾ ਦੂਜਾ ਕਰਨੇ ਜੋਗ। ਤਾਂ ਮਿਲੀਏ ਜਾਂ ਲੈ ਮਿਲਾਏ, ਕਉ ਨਾਨਕ ਹਰ ਹਰ ਗੁਣ ਗਾਏ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਅਸੀਂ 84 ਲੱਖ ਜੂਨਾਂ ਵਿੱਚੋਂ ਹੋ ਕੇ ਤੇ ਫਿਰ ਇਸ ਮਨੁੱਖਾ ਦੇਹ ਵਿੱਚ ਆਏ ਹਾਂ। ਇਹ ਸਾਡੀ ਗੁਰਬਾਣੀ, ਸਾਡਾ ਗੁਰੂ ਗ੍ਰੰਥ ਸਾਹਿਬ ਸਾਨੂੰ ਦੱਸਦਾ ਹੈ ਜੀ। ਗੁਰੂ ਜੀ ਕਹਿੰਦੇ ਹਨ, ਇਹ ਭਾਈ ਮਨੁੱਖਾ ਜਨਮ ਦੀ ਪ੍ਰਾਪਤੀ ਤੋਂ ਪਹਿਲਾਂ ਤੇਰੇ ਕਈ ਜਨਮ ਧਰਤੀ 'ਤੇ ਰੀਂਗਣ ਵਾਲੇ ਕੀੜਿਆਂ ਅਤੇ ਕਈ ਜਨਮ ਹਾਥੀਆਂ, ਮੱਛੀਆਂ ਅਤੇ ਮਿਰਗਾਂ ਦੇ। ਅਤੇ ਫਿਰ ਗੁਰੂ ਜੀ ਕਹਿੰਦੇ ਹਨ, ਕਈ ਜਨਮ ਪੰਛੀਆਂ ਅਤੇ ਸੱਪਾਂ ਦੇ ਹੋਏ, ਅਤੇ ਕਈ ਜਨਮ ਤੂੰ ਘੋੜੇ 'ਤੇ ਬੈਲ ਬਣ ਕੇ ਜੁੱਤਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਹ ਭਾਈ ਇਸ ਮਨੁੱਖਾ ਜੀਵਨ ਨੂੰ ਜਿਉਣ ਦੀ ਪਦਵੀ ਦਾ ਜੀਵਨ ਪਾਉਣ ਲਈ ਗੁਰਸ਼ਬਦ ਗੁਰਬਾਣੀ ਰੂਪ ਜਗਦੀਸ਼ ਨੂੰ ਮਿਲ ਪਾਓ। ਹੁਣ ਤੇਰੀ ਮਿਲਣ ਦੀ ਵਾਰੀ ਹੈ ਜੀ। ਭਾਵ ਹੁਣ ਤੂੰ ਮਨੁੱਖਾ ਜੀਵਨ ਪਾ ਲਿਆ ਹੈ ਅਤੇ ਤੂੰ ਉਸ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਆਪਣੇ ਮੂਲ ਹਰੀ ਨੂੰ ਨਾਲ ਮਿਲ, ਹਰੀ ਨੂੰ ਪਹਿਚਾਣ। ਕਿਉਂਕਿ 4 ਕਾਲ ਪਿੱਛੋਂ ਤੈਨੂੰ ਇਹ ਮਨੁੱਖਾ ਦੇ ਹੀ ਜੀਵਨ ਪ੍ਰਾਪਤ ਹੋਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਹ ਭਾਈ ਕਈ ਜਨਮ ਤੈਨੂੰ ਸ਼ਿਲਾ 'ਤੇ ਪਹਾੜ ਬਣਾਇਆ ਗਿਆ ਜੀ। ਕਈ ਜਨਮ ਤੂੰ ਗਰਭ ਵਿੱਚ ਹੀ ਗਲਦਾ ਅਥਵਾ ਡਿੱਗਦਾ ਰਿਹਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਕਈ ਜਨਮ ਤੈਨੂੰ ਬਨਸਪਤੀ ਬਣਾ ਕੇ ਪੈਦਾ ਕੀਤਾ ਗਿਆ ਜੀ। ਫਿਰ 184 ਲੱਖ ਜੂਨਾਂ ਵਿੱਚੋਂ ਫਿਰ ਕੇ ਹੁਣ ਤੂੰ ਮਨੁੱਖਾ ਜੀਵਨ ਵਿੱਚ ਆਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਕੇਵਲ ਸਾਧ ਸੰਗ ਕਰਨ ਲਈ ਤੈਨੂੰ ਇਹ ਜਨਮ ਪ੍ਰਾਪਤ ਹੋਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਸ ਲਈ ਤੂੰ ਗੁਰਮਤਿ ਨੂੰ ਅਪਣਾ ਅਤੇ ਗੁਰਸ਼ਬਦ ਗੁਰਬਾਣੀ ਦੀ ਮੱਤ ਦੁਆਰਾ ਪਰਮੇਸ਼ਰ ਹਰੀ ਦਾ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਕਰ। ਆਪਣਾ ਮਾਣ, ਝੂਠ ਅਤੇ ਹੰਕਾਰ ਨੂੰ ਛੱਡ ਕੇ ਜੇ ਤੂੰ ਜੀਵਤ ਭਾਵ ਤੋਂ ਮਰੇ, ਭਾਵ ਆਪਣੇ ਵਿਕਾਰਾਂ ਨੂੰ ਛੱਡੇ, ਉਹਨਾਂ 'ਤੇ ਕਾਬੂ ਪਾਵੇਂ, ਤਾਂ ਤੂੰ ਰੱਬੀ ਦਰਗਾਹ ਵਿੱਚ ਪ੍ਰਵਾਨ ਹੋ ਸਕਦਾ ਹੈ ਜੀ। ਭਾਵ ਤਾਂ ਤੂੰ ਆਪਣੇ ਹਰ ਮੂਲ ਨੂੰ ਪਹਿਚਾਣ ਸਕਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ, ਹੁਣ ਪਰਮੇਸ਼ਰ ਦੇ ਸਨਮੁਖ ਇਉਂ ਉਸਤਤ ਕਰਦੇ ਹਨ ਜੀ ਕਿ ਹੇ ਪਰਮੇਸ਼ਰ,
ਜੋ ਕੁਝ ਵੀ ਹੋਇਆ ਹੈ ਜੀ ਉਹ ਤੇਰੇ ਤੋਂ ਹੀ ਹੋਇਆ ਹੈ ਜੀ, ਹੋਰ ਦੂਜਾ ਕੋਈ ਕਰਨ ਦੇ ਸਮਰੱਥ ਨਹੀਂ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜੀਵ ਤੈਨੂੰ ਉਦੋਂ ਹੀ ਮਿਲ ਸਕਦਾ ਹੈ ਜਦ ਤੂੰ ਇਸ ਨੂੰ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਮਿਲਾ ਲਵੇਂ। ਇਸ ਲਈ ਗੁਰੂ ਜੀ ਕਹਿੰਦੇ ਹਨ ਕਿ ਹੇ ਜੀਵ, ਹੇ ਮਨੁੱਖ, ਤੂੰ ਨਿਰੋਲ ਪਰਮੇਸ਼ਰ ਹਰੀ ਦੇ ਗੁਣ ਗਾਈ ਚੱਲ। ਭਾਵ ਗੁਰਸ਼ਬਦ ਗੁਰਬਾਣੀ ਰਾਹੀਂ ਗੁਰਮਤਿ ਦੀ ਜ਼ਿੰਦਗੀ ਨੂੰ ਅਪਣਾ ਅਤੇ ਵਿਕਾਰਾਂ ਨੂੰ ਖਤਮ ਕਰ, ਉਹਨਾਂ ਤੇ ਕਾਬੂ ਪਾ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਗੁਰੂ ਜੀ ਦੱਸਦੇ ਹਨ ਕਿ ਜੀਵ ਅਨੇਕਾਂ ਹੀ ਜੂਨਾਂ ਵਿੱਚੋਂ ਲੰਘ ਕੇ ਮਨੁੱਖਾ ਜਨਮ ਵਿੱਚ ਆਇਆ ਹੈ ਜੀ। ਇਹ ਸੰਚਿਤ ਕਰਮਾਂ ਦਾ ਫਲ ਹੈ ਜੀ, ਪਰਮੇਸ਼ਰ ਦੀ ਨਜ਼ਰ ਦਾ ਪ੍ਰਤੀਕ ਹੈ ਜੀ ਕਿ ਉਸਨੇ ਇਹ ਮਨੁੱਖਾ ਜੀਵਨ ਬਖਸ਼ਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰ ਗੁਰੂ ਸਾਹਿਬ ਇਸ ਸ਼ਬਦ ਵਿੱਚ ਅਚੇਤ ਜੀਵਾਂ ਨੂੰ ਪਿਛਲੇ ਜਨਮ ਦੇ ਨੂੰ ਚੇਤੇ ਕਰਾ ਕੇ ਮਨੁੱਖ ਨੂੰ ਕਹਿ ਰਹੇ ਹਨ ਕਿ ਇਹ ਮਨੁੱਖਾ ਜਨਮ ਹੀਰੇ ਵਾਂਗਰ ਹੈ ਜੀ। ਸੋ ਗੁਰਮਤਿ ਰੂਪ ਜੀਵਨ ਸਾਧ ਸੰਗਤ ਦੀ ਸੇਵਾ ਅਤੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੀ ਗੁਰੂ ਜੀ ਪ੍ਰੇਰਨਾ ਦੇ ਰਹੇ ਹਨ ਜੀ। ਗੁਰੂ ਜੀ ਕਹਿੰਦੇ ਹਨ, ਕਈ ਵਿਦਵਾਨਾਂ ਨੇ ਮਨੁੱਖ ਦੇ ਵਿਕਾਸ ਦੀ ਜੋ ਰਿਸਰਚ ਕੀਤੀ ਹੈ, ਦੱਸੀ ਹੈ ਜੀ, ਉਸ ਦਾ ਸੰਬੰਧ ਕੇਵਲ ਸਰੀਰਕ ਵਿਕਾਸ ਨਾਲ ਹੈ ਜੀ। ਕਿ ਕਿਵੇਂ ਮੱਛੀ ਡੱਡੂ ਦੇ ਸਰੀਰ ਤੋਂ ਹੌਲੀ ਹੌਲੀ ਬਾਂਦਰ ਮਨੁੱਖ ਦਾ ਸਰੀਰ ਕਿਸ ਤਰ੍ਹਾਂ ਵਿਕਾਸ ਹੋਇਆ ਹੈ ਜੀ। ਪਰ ਗੁਰੂ ਜੀ ਕਹਿੰਦੇ ਹਨ, ਗੁਰਮਤਿ 84 ਲੱਖ ਜੂਨਾਂ ਦੀ ਹੋਂਦ ਨੂੰ ਮੰਨਦੀ ਹੈ ਜੀ, ਜਿਸ ਰਾਹੀਂ ਜੀਵ ਆਤਮਾ ਦਾ ਵਿਕਾਸ ਹੁੰਦਾ ਹੈ ਜੀ। ਅਤੇ ਗੁਰਮੁਖਾਂ ਨੂੰ ਇਹ ਰਸ ਲੈਣ ਦਾ ਤਰੀਕਾ ਦੱਸਿਆ ਹੈ ਜੀ ਗੁਰਸ਼ਬਦ ਗੁਰਬਾਣੀ ਰਾਹੀਂ। ਫਿਰ ਗੁਰੂ ਜੀ ਕਹਿੰਦੇ ਹਨ, ਮਨੁੱਖੀ ਜਾਮੇ ਵਿੱਚ ਜੀਵ ਨੂੰ ਪੂਰਨ ਚੇਤਨਤਾ ਮਿਲਦੀ ਹੈ, ਜਿਸ ਨਾਲ ਇਹ ਪਰਮੇਸ਼ਰ ਦੀ ਪ੍ਰਾਪਤੀ ਕਰਨ ਦੇ ਯੋਗ ਹੋ ਜਾਂਦਾ ਹੈ ਜੀ। ਜਿੱਥੋਂ ਤੱਕ ਚੇਤਨ ਦਾ ਸੰਬੰਧ ਹੈ, ਇਹ ਸਾਰੇ ਜੀਆਂ ਵਿੱਚ ਹੈ ਜੀ। ਭਾਵ ਗੁਰਸ਼ਬਦ ਗੁਰਬਾਣੀ ਨਾਮ ਨਾਲ ਜੁੜਨਾ ਹੈ ਜੀ। ਸੋ ਸਿਧਾਂਤ ਇਹ ਹੈ ਕਿ ਮਨੁੱਖ ਇਸ ਜਾਮੇ ਵਿੱਚ ਗੁਰਸ਼ਬਦ ਗੁਰਬਾਣੀ ਦੁਆਰਾ ਸੇਵਾ ਨਾਮ ਸਿਮਰਨ ਕਰਕੇ ਪਰਮੇਸ਼ਰ ਵਿੱਚ ਲੀਨ ਹੋਣ ਦੀ ਸਥਿਤੀ ਪ੍ਰਾਪਤ ਕਰ ਸਕਦਾ ਹੈ ਜੀ। ਭਾਵ ਆਪਣੇ ਹਰ ਮੂਲ ਨੂੰ ਪਹਿਚਾਣ ਸਕਦਾ ਹੈ ਜੀ ਅਤੇ ਪਰਮੇਸ਼ਰ ਦੇ ਹੁਕਮ ਦੀ ਸੋਝੀ ਆਉਂਦੀ ਹੈ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਚਾਚੁਕਾਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।